ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 48ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਵਿੱਚ ਜਾਤ ਪਾਤ ਦੀ ਵਿਚਾਰ ਕਰਾਂਗੇ। ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਪੰਡਿਤ ਨੂੰ ਸੰਬੋਧਿਤ ਹੋ ਕੇ, ਕਹੋ ਰੇ ਪੰਡਿਤ ਬਾਮਣ ਕਬ ਕੇ ਹੋਏ। ਹੇ ਪੰਡਿਤ ਜੀ ਦੱਸੋ, ਤੁਸੀਂ ਕਦੋਂ ਤੋਂ ਬਾਮਣ ਬਣ ਗਏ, ਅਰਥਾਤ ਉੱਚੀ ਜਾਤ ਦੇ ਬਣ ਗਏ। ਬਾਮਣ ਕਹਿ ਕੇ ਜਨਮ ਮਤ ਖੋਏ ਰਹਾਓ। ਤੁਸੀਂ ਇਸ ਤਰ੍ਹਾਂ ਬਾਮਣ ਆਖ ਕੇ ਆਪਣੇ ਆਪ ਨੂੰ ਉੱਚੀ ਜਾਤ ਦਾ ਪੇਸ਼ ਕਰਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਸਵਰਨ ਜਾਤੀ ਦਾ ਹਾਂ, ਇਸ ਤਰ੍ਹਾਂ ਕਹਿ ਕੇ ਇਸ ਅਹੰਕਾਰ ਵਿੱਚ ਆਪਣਾ ਮਨੁੱਖਾ ਜਨਮ ਅਜਾਈਂ ਨਾ ਗਵਾਓ। ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ। ਜੇ ਤੂੰ ਬ੍ਰਾਹਮਣ ਹੈ, ਉੱਚੀ ਜਾਤ ਦਾ ਹੈ, ਤੂੰ ਇਹ ਕਹਿੰਦਾ ਕਿ ਤੂੰ ਬ੍ਰਾਹਮਣੀ ਦਾ ਜਾਇਆ ਹੈ। ਜਾਇਆ ਦਾ ਅਰਥ ਜਨਮਿਆ, ਅਰਥਾਤ ਤੇਰਾ ਜਨਮ ਕਿਸੇ ਬ੍ਰਾਹਮਣੀ ਤੋਂ ਹੋਇਆ ਹੈ। ਤੋ ਤਾਂ ਫਿਰ ਆਨ ਮੈਨੇ ਹੋਰ, ਬਾਟ ਮੈਨੇ ਰਸਤਾ। ਕਾਹੇ ਨਹੀਂ ਆਇਆ, ਤੇ ਫਿਰ ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ ਇਸ ਜਗਤ ਵਿੱਚ। ਅਰਥਾਤ ਭਗਤ ਕਬੀਰ ਜੀ ਕਹਿੰਦੇ ਨੇ, ਜਿਸ ਤਰ੍ਹਾਂ ਮੇਰੇ ਮਾਤਾ ਪਿਤਾ ਦੇ ਸੰਜੋਗ ਤੋਂ ਮੇਰਾ ਜਨਮ ਹੋਇਆ ਹੈ, ਉਸੀ ਤਰ੍ਹਾਂ ਤੇਰੇ ਮਾਤਾ ਪਿਤਾ ਦੇ ਸੰਜੋਗ ਤੋਂ ਤੇਰਾ ਜਨਮ ਹੋਇਆ ਹੈ। ਜਿਹੜੀ ਪ੍ਰਕਿਰਿਆ ਦੇ ਨਾਲ ਮੇਰਾ ਜਨਮ ਹੋਇਆ ਹੈ, ਉਸੀ ਪ੍ਰਕਿਰਿਆ ਦੇ ਨਾਲ ਤੇਰਾ ਜਨਮ ਹੋਇਆ ਹੈ। ਜੇ ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਦਾ ਜਾਇਆ ਹੈ, ਉੱਚੀ ਜਾਤ ਦਾ ਹੈ, ਤੇ ਫਿਰ ਤੂੰ ਕਿਸੇ ਅਨੋਖੇ ਨਵੇਂ ਜਾਂ ਵੱਖਰੇ ਢੰਗ ਦੇ ਨਾਲ ਪੈਦਾ ਕਿਉਂ ਨਹੀਂ ਹੋਇਆ। ਫਿਰ ਕਹਿੰਦੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਤੂੰ ਕਦੋਂ ਦਾ ਬ੍ਰਾਹਮਣ ਤੇ ਅਸੀਂ ਕਦੋਂ ਦੇ ਸ਼ੂਦਰ। ਅਰਥਾਤ ਤੂੰ ਕਿਸ ਤਰ੍ਹਾਂ ਬ੍ਰਾਹਮਣ ਹੋ ਗਿਆ ਤੇ ਅਸੀਂ ਕਿਸ ਤਰ੍ਹਾਂ ਸ਼ੂਦਰ ਹੋ ਗਏ। ਹਮ ਕਤ ਲੋਹੂ ਤੁਮ ਕਤ ਦੂਧ। ਕੀ ਇਸ ਤਰ੍ਹਾਂ ਹੈ ਕਿ ਸਾਡੀਆਂ ਰਗਾਂ ਦੇ ਵਿੱਚ, ਜਿਹਨਾਂ ਨੂੰ ਤੁਸੀਂ ਸ਼ੂਦਰ ਰੱਖਦੇ ਹੋ, ਉਹਨਾਂ ਦੀ ਰਗਾਂ ਦੇ ਵਿੱਚ ਖੂਨ ਦੌੜਦਾ ਪਿਆ, ਲਹੂ ਹੈਗਾ, ਤੇ ਤੁਮ ਕਤ ਦੂਧ, ਕਿ ਤੁਹਾਡੇ ਵਿੱਚ ਕਿਤੇ ਦੁੱਧ ਹੈਗਾ, ਕਿ ਤੁਹਾਡੀ ਰਗਾਂ ਵਿੱਚ ਖੂਨ ਨਹੀਂ ਹੈਗਾ, ਕਿ ਤੁਹਾਡੀ ਰਗਾਂ ਵਿੱਚ ਦੁੱਧ ਵਗਦਾ ਪਿਆ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਭਗਤ ਕਬੀਰ ਜੀ ਕਹਿੰਦੇ ਨੇ ਵੀ ਹੇ ਕਬੀਰ ਆਖ, ਸਾਡੇ ਹਿਸਾਬ ਦੇ ਨਾਲ ਜਿਹੜਾ ਮਨੁੱਖ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਦਾ ਨਾਮ ਜਪਦਾ ਹੈ, ਬ੍ਰਹਮ ਦੇ ਗੁਣ ਗਾਉਂਦਾ ਹੈ, ਤੇ ਬ੍ਰਹਮ ਦੀ ਖਲਕਤ ਵਿੱਚ ਬ੍ਰਹਮ ਨੂੰ ਪਛਾਣਦਾ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਮੇਰੇ ਵਿਚਾਰ ਦੇ ਨਾਲ ਅਸੀਂ ਬ੍ਰਾਹਮਣ ਉਸ ਨੂੰ ਆਖਦੇ ਹਾਂ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਅਰਥਾਤ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਕਿਸੇ ਨੂੰ ਜਨਮ ਕਰਕੇ ਬ੍ਰਾਹਮਣ ਜਾਂ ਗੈਰ ਬ੍ਰਾਹਮਣ ਪ੍ਰਵਾਨ ਨਹੀਂ ਕਰਦਾ। ਮੇਰੇ ਹਿਸਾਬ ਨਾਲ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਗੁਰੂ ਅਮਰਦਾਸ ਜੀ ਤਾੜਨਾ ਕਰਦੇ ਹਨ ਜਾਤ ਦਾ ਅਭਿਮਾਨ ਕਰਨ ਵਾਲਿਆਂ ਨੂੰ। ਕਹਿੰਦੇ, ਜਾਤ ਕਾ ਗਰਭ, ਗਰਭ ਮੈਨੇ ਅਹੰਕਾਰ, ਨਾ ਕਰ ਮੂਰਖ ਗੰਵਾਰਾ। ਹੇ ਮੂਰਖ, ਹੇ ਗੰਵਾਰ, ਆਪਣੀ ਜਾਤੀ ਦਾ, ਉੱਚੀ ਜਾਤ ਦਾ, ਕਿਸੇ ਖਾਸ ਖਾਨਦਾਨ ਵਿੱਚ ਜਨਮ ਲਿਆਂ ਦਾ ਅਹੰਕਾਰ ਨਾ ਕਰ। ਇਸ ਗਰਭ ਤੇ ਚਲੇ ਬਹੁਤ ਵਿਕਾਰਾ ਰਹਾਓ। ਇਹ ਜਿਹੜਾ ਗਰਭ ਹੈ, ਇਹ ਉੱਚੀ ਜਾਤ ਦਾ ਜਨਮ ਦਾ ਅਹੰਕਾਰ ਹੈ, ਇਹ ਸਮਾਜ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਕਰਦਾ ਹੈ। ਇਹਦੇ ਨਾਲ ਬਹੁਤ ਸਾਰੇ ਝਗੜੇ ਝਮੇਲੇ ਵਿਕਾਰ ਜਨਮ ਲੈਂਦੇ ਹਨ। ਇਸ ਕਰਕੇ ਹੇ ਗੰਵਾਰ ਮਨੁੱਖ, ਹੇ ਮੂਰਖ ਮਨੁੱਖ, ਇਹ ਵਾਲਾ ਅਹੰਕਾਰ ਕਰਨਾ ਛੱਡ ਦੇ। ਚਾਰੇ ਵਰਨ ਆਖੇ ਸਭ ਕੋਈ। ਹਰ ਕੋਈ ਸਾਡੇ ਸਮਾਜ ਵਿੱਚ ਆਖਦਾ ਹੈ ਕਿ ਸਾਡਾ ਸਮਾਜ 4 ਵਰਨਾਂ ਵਿੱਚ ਵੰਡਿਆ ਹੋਇਆ ਹੈ, ਬ੍ਰਾਹਮਣਾਂ ਵਿੱਚ, ਖੱਤਰੀਆਂ ਵਿੱਚ, ਵੈਸ਼ ਵਿੱਚ ਤੇ ਸ਼ੂਦਰ ਵਿੱਚ। ਪਰ ਗੁਰੂ ਸਾਹਿਬ ਕਹਿੰਦੇ ਨੇ, ਅਸਲ ਗੱਲ ਹੈ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਉਪਤ ਮੈਨੇ ਉਤਪੱਤੀ, ਬ੍ਰਹਮ ਮੈਨੇ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ, ਬਿੰਦ ਮੈਨੇ ਮੂਲ ਜਾਂ ਬੀਜ, ਅਰਥਾਤ ਬ੍ਰਹਮ ਦੀ ਜੋਤ ਤੋਂ, ਬ੍ਰਹਮ ਦੇ ਬੀਜ ਤੋਂ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਸੋ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਸਾਰੀ ਉਤਪੱਤੀ ਅਕਾਲ ਪੁਰਖ ਪਰਮਾਤਮਾ ਦੇ ਨੂਰ ਤੋਂ, ਉਹਦੀ ਜੋਤ ਤੋਂ, ਇੱਕ ਅਕਾਲ ਪੁਰਖ ਤੋਂ ਹੋਈ ਹੈ। ਮਾਟੀ ਏਕ ਸਗਲ ਸੰਸਾਰਾ। ਸਾਰਾ ਸੰਸਾਰ ਜਿਹੜਾ ਹੈ ਉਹ ਇੱਕੋ ਹੀ ਕਿਸਮ ਦੀ ਮਿੱਟੀ ਦਾ ਬਣਿਆ ਹੋਇਆ ਹੈ। ਬਹੁਵਿਧ, ਬਹੁਵਿਧ ਮੈਨੇ ਕਈ ਤਰੀਕਿਆਂ ਦੇ ਭਾਂਡੇ, ਬਰਤਨ। ਘੜਾ ਕੁਮਹਾਰਾ, ਜਿਵੇਂ ਇੱਕ ਕੁਮਹਾਰ, ਇੱਕ ਪੋਟਰ,
ਇੱਕੋ ਕਿਸਮ ਦੀ ਮਿੱਟੀ ਤੋਂ ਕਈ ਕਿਸਮ ਦੇ ਭਾਂਡੇ ਬਣਾ ਦਿੰਦਾ ਹੈ। ਦੀਵੇ ਬਣਾਉਂਦਾ ਹੈ, ਘੜਾ ਬਣਾਉਂਦਾ ਹੈ, ਸੁਰਾਹੀ ਬਣਾਉਂਦਾ ਹੈ, ਚਾਟੀ ਬਣਾਉਂਦਾ ਹੈ, ਕੁੱਜਾ ਬਣਾਉਂਦਾ ਹੈ, ਜਾਂ ਹੋਰ ਕਈ ਕਿਸਮ ਦੇ ਭਾਂਡੇ ਬਣਾ ਦਿੰਦਾ ਹੈ, ਫੁੱਲਦਾਨ ਬਣਾ ਦਿੰਦਾ ਹੈ। ਇਸੀ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਨੇ ਵੀ ਇੱਕੋ ਹੀ ਮਿੱਟੀ ਤੋਂ ਭਾਂਤ ਭਾਂਤ ਦੇ ਮਨੁੱਖ ਬਣਾਏ ਹਨ। ਗੋਰੇ ਵੀ ਨੇ, ਕਾਲੇ ਵੀ ਨੇ, ਕਣਕ ਬਿੰਨੇ ਵੀ ਨੇ, ਉੱਚੇ ਵੀ ਨੇ, ਲੰਮੇ ਵੀ ਨੇ। ਕਈ ਕਿਸਮ ਦੇ ਜੀਵ ਉਸ ਅਕਾਲ ਪੁਰਖ ਕੁਮਹਾਰ ਪਰਮਾਤਮਾ ਨੇ ਬਣਾਏ ਹਨ। ਪੰਜ ਤੱਤ ਮਿਲ ਦੇਹੀ ਕਾ ਆਕਾਰਾ। ਪੰਜਾਂ ਤੱਤਾਂ ਨੂੰ ਮਿਲ ਕੇ ਇਸ ਦੇਹੀ ਦੀ ਸ਼ੇਪ ਬਣਦੀ ਹੈ, ਇਸ ਸਰੀਰ ਦਾ ਆਕਾਰ ਬਣਦਾ ਹੈ। ਅਸੀਂ ਸਾਰੇ ਜਾਣਦੇ ਹਾਂ ਪੰਜ ਤੱਤ ਹੈਗੇ ਨੇ, ਮਿੱਟੀ ਹੈ, ਪਾਣੀ ਹੈ, ਹਵਾ ਹੈ, ਅਗਨੀ ਹੈ, ਆਕਾਸ਼ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਪੰਜ ਤੱਤਾਂ ਤੋਂ ਹਰ ਇੱਕ ਮਨੁੱਖ ਦਾ ਸਰੀਰ ਬਣਿਆ ਹੈ। ਘੱਟ ਵੱਧ ਕੋ ਕਰੇ ਵਿਚਾਰਾ। ਕੀ ਕੋਈ ਇਸ ਗੱਲ ਦੀ ਵਿਚਾਰ ਕਰ ਸਕਦਾ ਹੈ ਕਿ ਕਿਸੇ ਖਾਸ ਜਾਤ ਵਿੱਚ ਇਹ ਤੱਤ ਘੱਟ ਨੇ ਤੇ ਕਿਸੇ ਖਾਸ ਜਾਤ ਵਿੱਚ ਇਹ ਤੱਤ ਜ਼ਿਆਦਾ ਨੇ? ਅਸੀਂ ਤੇ ਜਾਤ ਤੇ ਗੱਲ ਛੱਡੋ, ਅਸੀਂ ਤੇ ਨੈਸ਼ਨੈਲਿਟੀਜ਼ ਬਾਰੇ ਵੀ ਨਹੀਂ ਕਹਿ ਸਕਦੇ ਕਿ ਅਸੀਂ ਇਹ ਕਹਿ ਸਕਦੇ ਕਿ ਪਾਕਿਸਤਾਨੀ ਜਿਹੜੇ ਨੇ ਉਹ ਕੋਈ ਹੋਰ ਤੱਤਾਂ ਤੋਂ ਬਣੇ ਨੇ, ਇੰਡੀਅਨਸ ਕਿਸੇ ਹੋਰ ਤੱਤਾਂ ਤੋਂ ਬਣੇ ਨੇ, ਜਾਂ ਬ੍ਰਾਹਮਣ ਦੇ ਤੱਤ ਹੋਰ ਨੇ, ਸ਼ੂਦਰ ਦੇ ਤੱਤ ਹੋਰ ਨੇ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੋ ਜਾਤ ਪਾਤ ਦੇ ਵਿਤਕਰੇ ਕਰਨੇ ਮੂਰਖਤਾ ਦੀ ਨਿਸ਼ਾਨੀ ਹੈ, ਉੱਜੜਪਣੇ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਨੇ ਸਾਨੂੰ ਨੀਚਾਂ ਨੂੰ ਗਲ ਲਾਉਣ ਲਈ ਪ੍ਰੇਰਨਾ ਕੀਤੀ ਹੈ ਤੇ ਇਸ ਦੇ ਪੂਰਨੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਪਾਏ ਹਨ। ਗੁਰੂ ਸਾਹਿਬ ਨੇ ਬਾਣੀ 'ਚ ਇਹ ਵੀ ਦੱਸਿਆ ਹੈ ਕਿ ਪਰਮਾਤਮਾ ਗਰੀਬ ਨਿਵਾਜ ਹੈ, ਪਰਮਾਤਮਾ ਦੀਨਬੰਧ ਹੈ, ਅਰਥਾਤ ਪਰਮਾਤਮਾ ਗਰੀਬਾਂ ਦਾ, ਨਿਤਾਣਿਆਂ ਦਾ, ਕਮਜ਼ੋਰਾਂ ਦਾ ਬੰਧ ਹੈ, ਬੰਧਪ ਹੈ, ਰਿਸ਼ਤੇਦਾਰ ਹੈ, ਗਰੀਬਾਂ ਨੂੰ ਉੱਚਾ ਚੱਕਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਪਰਮਾਤਮਾ ਵਾਹਿਗੁਰੂ ਬੇਮੁਹਤਾਜ ਹੈ, ਜੋ ਨੀਵਿਆਂ ਤੋਂ ਉੱਚਾ ਕਰਦਾ ਹੈ ਤੇ ਨੀਵਿਆਂ ਤੋਂ ਉੱਚਾ ਕਰਨ ਲੱਗੇ ਕਿਸੇ ਦੀ ਪਰਵਾਹ ਨਹੀਂ ਕਰਦਾ। ਸੋ ਇਹੀ ਗੁਣ ਜਿਹੜਾ ਹੈ ਗੁਰਬਾਣੀ ਪੜ੍ਹਨ ਵਾਲਿਆਂ ਵਿੱਚ ਵੀ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਕਹਿੰਦੇ ਜਿਹੜੀ ਨੀਵਿਆਂ ਵਿੱਚ ਕੋਈ ਨੀਵੀਂ ਜਾਤ ਹੈ ਤੇ ਉਹਨਾਂ ਨੀਵਿਆਂ ਦੇ ਗਰੁੱਪ ਵਿੱਚ ਵੀ, ਦਲ ਵਿੱਚ ਵੀ ਜਿਹੜੀ ਅਤ ਦੀ ਨੀਵੀਂ ਜਾਤ ਹੈ, ਬਿਲਕੁਲ ਸਭ ਤੋਂ ਨੀਵੀਂ ਜਾਤ ਹੈ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਤਿਨ ਕੈ ਸੰਗ ਸਾਥ। ਕਹਿੰਦੇ ਮੈਂ ਨਾਨਕ ਦੀ ਉੱਠਣੀ ਬੈਠਣੀ, ਮੇਰੀ ਸੰਗਤ ਉਹਨਾਂ ਨਾਲ ਹੈ। ਵੱਡਿਆਂ ਸਿਉ ਕਿਆ ਰੀਸ, ਜਿਹੜੇ ਆਪਣੇ ਆਪ ਨੂੰ ਵੱਡੇ ਵਡੇਰੇ ਅਖਵਾਉਂਦੇ ਨੇ, ਉੱਚੀ ਜਾਤ ਦੇ ਅਖਵਾਉਂਦੇ ਨੇ, ਰੁਤਬੇ ਵਾਲੇ ਨੇ, ਜਾਂ ਆਪਣੇ ਨੂੰ ਧਨਾੜ ਅਖਵਾਉਂਦੇ ਨੇ, ਤਾਕਤ ਵਾਲੇ ਅਖਵਾਉਂਦੇ ਨੇ, ਮੇਰੀ ਨਾਨਕ ਦੀ ਉਹਨਾਂ ਨਾਲ ਕਾਹਦੀ ਰੀਸ ਹੈਗੀ ਹੈ, ਮੇਰਾ ਉਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ। ਗੁਰੂ ਸਾਹਿਬ ਮਲਕ ਭਾਗੋ, ਜਿਹੜਾ ਕਿ ਇੰਨਾ ਵੱਡਾ ਧਨਾੜ ਸੀ ਪਰ ਜ਼ਾਲਮ ਸੀ, ਪਰਾਇਆ ਹੱਕ ਮਾਰਦਾ ਸੀ, ਉਹਦੇ ਆਲੇ ਦੁਆਲੇ ਉਹਨੂੰ ਘੇਰਨ ਵਾਲੇ, ਉਹਨੂੰ ਸਤਿਕਾਰ ਦੇਣ ਵਾਲੇ ਬੜੇ ਲੋਕ ਸੀ। ਗੁਰੂ ਸਾਹਿਬ ਉਹਦਾ ਸੱਦਾ ਛੱਡ ਕੇ, ਉਹਦੇ 36 ਪ੍ਰਕਾਰ ਦੇ ਪਕਵਾਨ ਛੱਡ ਕੇ, ਭਾਈ ਲਾਲੋ ਜੋ ਇੱਕ ਗਰੀਬ ਤਰਖਾਣ ਸੀ, ਨੀਵੀਂ ਜਾਤ ਦਾ ਸੀ, ਪਸੀਨੇ ਵਿੱਚ ਲੱਥਪੱਥ ਸੀ, ਗੁਰੂ ਸਾਹਿਬ ਨੇ ਉਹਦੇ ਘਰ ਜਾ ਕੇ ਉਹਦੀ ਕੋਦਰੇ ਦੀ ਰੋਟੀ ਖਾਧੀ, ਕਿਉਂਕਿ ਉਹਦੀ ਕਿਰਤ ਇਮਾਨਦਾਰੀ ਦੀ ਸੀ। ਸੋ ਗੁਰੂ ਸਾਹਿਬ ਨੇ ਦੱਸਿਆ ਮਲਕ ਭਾਗੋ ਦੇ 36 ਪ੍ਰਕਾਰ ਦੇ ਭੋਜਨਾਂ ਵਿੱਚ ਗਰੀਬਾਂ ਦਾ ਖੂਨ ਸੀ, ਪਰ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਵਿੱਚ ਧਰਮ ਦਾ, ਇਮਾਨਦਾਰੀ ਦਾ, ਮਿਹਨਤ ਵਾਲਾ ਦੁੱਧ ਸੀ। ਉਹਦੀ ਰੋਟੀ ਕੋਦਰੇ ਦੀ ਦੁੱਧ ਵਰਗੀ ਪਵਿੱਤਰ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਜਿਹੜਾ ਸਮਾਜ ਦਾ ਲਤਾੜਿਆ ਵਰਗ ਹੈ ਉਹਦੇ ਹੱਕ ਵਿੱਚ ਖੜਾ ਹੋਣਾ ਹੈ, ਉਹਨਾਂ ਨੂੰ ਗਲ ਲਾਣਾ ਹੈ ਤੇ ਛੂਆ ਛਾਤ ਦੀ ਵਿਚਾਰ ਬਿਲਕੁਲ ਵੀ ਨਹੀਂ ਕਰਨੀ। ਫਿਰ ਗੁਰੂ ਸਾਹਿਬ ਕਹਿੰਦੇ ਜਿੱਥੇ ਨੀਚ ਸੰਭਾਲੀਆਂ, ਜਿੱਥੇ ਨੀਵਿਆਂ ਦੀ ਸੇਵਾ ਸੰਭਾਲ ਹੁੰਦੀ ਹੈ, ਜਿੱਥੇ ਨੀਵਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ, ਨੀਵਿਆਂ ਦਾ ਆਤਮ ਵਿਸ਼ਵਾਸ ਜਗਾਇਆ ਜਾਂਦਾ ਹੈ, ਨੀਵਿਆਂ ਨੂੰ ਉਹਨਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ, ਨੀਵਿਆਂ ਨੂੰ ਆਪਣੇ ਪੈਰਾਂ ਤੇ, ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਂਦਾ ਹੈ, ਤਿੱਥੈ ਨਦਰ ਤੇਰੀ ਬਖਸ਼ੀਸ। ਹੇ ਵਾਹਿਗੁਰੂ ਜੀ, ਉੱਥੇ ਤੇਰੀ ਬਖਸ਼ਿਸ਼ ਹੁੰਦੀ ਹੈ, ਉੱਥੇ ਤੇਰੀ ਕਿਰਪਾ ਦ੍ਰਿਸ਼ਟੀ ਪੈਂਦੀ ਹੈ। ਅਰਥਾਤ ਨੀਵਿਆਂ ਦੀ ਸੇਵਾ ਕਰਨੀ, ਨੀਵਿਆਂ ਦੀ ਸੇਵਾ ਸੰਭਾਲ ਕਰਨੀ, ਨੀਵਿਆਂ ਨੂੰ ਉੱਚਾ ਚੁੱਕਣਾ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੇ ਤੁਲ ਹੈ। ਅੱਗੇ ਗੁਰੂ ਸਾਹਿਬ ਕੀ ਸਮਝਾਉਂਦੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਵਾਹਿਗੁਰੂ ਦਾ ਨਾਮ ਇੰਨਾ ਸਮਰੱਥ ਹੈ, ਐਸਾ ਪਾਰਸ ਹੈ ਕਿ ਜੇ ਕੋਈ ਬੰਦਾ ਅਖੌਤੀ ਨੀਵੀਂ ਜਾਤ ਵਿੱਚ ਜਨਮਿਆ ਵੀ ਹੋਵੇ, ਪਰ ਜੇ ਉਹ ਹਰੀ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਏ, ਬੰਦਗੀ ਕਰਨ ਲੱਗ ਜਾਏ, ਬਾਣੀ ਪੜ੍ਹਨ ਲੱਗ ਜਾਏ ਤੇ ਉੱਤਮ ਪਦਵੀ ਪਾਏ, ਉਹ ਫਿਰ ਇੱਕ ਸਭ ਤੋਂ ਉੱਪਰਲੀ ਪਦਵੀ, ਸ਼੍ਰੇਸ਼ਠ ਪਦ, ਸ਼੍ਰੇਸ਼ਠ ਸਟੇਟਸ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਸਾਹਿਬ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਹੋਏ ਕਰਦੇ ਹੋਏ ਕਹਿੰਦੇ ਹਨ ਕਿ ਪਰਮਾਤਮਾ ਦੀ ਬੰਦਗੀ ਹਰ ਮਨੁੱਖ ਨੂੰ ਕਰਨੀ ਚਾਹੀਦੀ ਹੈ, ਹਰ ਕਿਸੇ ਨੂੰ ਨਾਮ ਜਪਣਾ ਚਾਹੀਦਾ ਹੈ। ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਧਰਮ ਦੇ ਖੇਤਰ ਵਿੱਚ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਕਹਿੰਦੇ ਜਾਤ ਅਜਾਤ ਨਾਮ ਜਿਨ ਧਿਆਇਆ। ਜਾਤ ਮੈਨੇ ਕੋਈ ਅਖਵਾਂਦੀ ਜਾਤ ਵਿੱਚ ਅਰਥਾਤ ਉੱਚੀ ਜਾਤ ਵਿੱਚ, ਅਜਾਤ ਜਿਹਦੀ ਜਾਤ ਅਖਵਾਣ ਯੋਗ ਨਹੀਂ, ਅਖੌਤੀ ਨੀਵੀਂ ਜਾਤ ਵਿੱਚ। ਨਾਮ ਜਿਨ ਧਿਆਇਆ ਕਹਿੰਦੇ ਚਾਹੇ ਉੱਚੀ ਜਾਤ ਵਿੱਚ ਚਾਹੇ ਨੀਵੀਂ ਜਾਤ ਵਿੱਚ, ਜਿਸ ਕਿਸ ਨੇ ਵੀ ਪਰਮਾਤਮਾ ਦਾ ਨਾਮ ਧਿਆਇਆ ਹੈ ਤਿੰਨ ਪਰਮ ਪਦਾਰਥ ਪਾਇਆ। ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਰੂਪੀ ਪਰਮ ਪਦਾਰਥ, ਦੁਨੀਆ ਦੀ ਸਭ ਤੋਂ ਕੀਮਤੀ ਵਸਤੂ ਪ੍ਰਾਪਤ ਕਰ ਲਈ ਹੈ। ਫਿਰ ਕਹਿੰਦੇ ਜਾਤ ਅਜਾਤ ਜਪੈ ਜਨ ਕੋਏ। ਕੋਈ ਵੀ ਜਨ ਹੋਏ, ਕੋਈ ਸੇਵਕ ਹੋਵੇ, ਕਿਸੇ ਵੀ ਜਾਤ ਵਿੱਚ ਜਨਮਿਆ ਹੋਵੇ, ਚਾਹੇ ਉੱਚੀ ਚਾਹੇ ਨੀਵੀਂ, ਜਿਹੜਾ ਵੀ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਕਹਿੰਦੇ ਜੋ ਜਾਪੈ ਤਿਸ ਕੀ ਗਤ ਹੋਏ। ਗਤ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ ਜਾਂ ਮੁਕਤੀ। ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਉਹਦੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੇ ਨਾਲ ਵਰਤੋਂ ਵਿਹਾਰ ਕਰਨ ਲੱਗੇ ਇਸ ਗੱਲ ਦੀ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਉਹ ਕਿਸ ਜਾਤ ਦਾ ਹੈ ਤੇ ਉਹਦਾ ਜਨਮ ਕਿੱਥੇ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਜਾਤ ਜਨਮ ਨਹਿ ਪੁੱਛੀਐ। ਹੁਕਮ ਹੈ ਗੁਰੂ ਸਾਹਿਬ ਦਾ, ਕਹਿੰਦੇ ਕਿਸੇ ਕੋਲੋਂ ਕਿਸੇ ਦੀ ਜਾਤ ਔਰ ਜਨਮ ਨਹੀਂ ਪੁੱਛਣਾ ਚਾਹੀਦਾ। ਸੱਚ ਘਰ ਲੇਹੋ ਬਤਾਏ। ਸੱਚ ਦਾ ਘਰ ਜਿਹੜਾ ਹੈ ਉਹਦੀ ਬਾਤ ਪਾਣੀ ਚਾਹੀਦੀ ਹੈ, ਅਰਥਾਤ ਮਨੁੱਖ ਪਰਮਾਤਮਾ ਨਾਲ ਕਿੰਨਾ ਜੁੜਿਆ ਹੋਇਆ ਹੈ। ਮਨੁੱਖ ਵਿੱਚ ਸੇਵਾ ਭਾਵ ਕਿਹੋ ਜਿਹਾ ਹੈ, ਮਨੁੱਖ ਵਿੱਚ ਕਿਹੜੇ ਗੁਣ ਨੇ, ਉਹ ਪਰਮਾਤਮਾ ਦਾ ਨਾਮ ਜਪਦਾ ਹੈ ਜਾਂ ਨਹੀਂ ਜਪਦਾ, ਇਸ ਗੱਲ ਦੀ ਕਸਵੱਟੀ ਤੇ ਪਰਖ ਹੋਣੀ ਚਾਹੀਦੀ ਹੈ। ਕਹਿੰਦੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਨੁੱਖ ਦੀ ਅਸਲ ਜਾਤ ਉਹੀ ਹੈ, ਮਨੁੱਖ ਦੀ ਅਸਲ ਇੱਜ਼ਤ ਉਹੀ ਹੈ ਜਿਹੋ ਜਿਹੇ ਕੰਮ ਮਨੁੱਖ ਕਰਦਾ ਹੈ। ਜੇ ਬ੍ਰਾਹਮਣ ਪਰਿਵਾਰ 'ਚ ਜੰਮ ਕੇ ਕੋਈ ਬ੍ਰਹਮ ਦੀ ਵਿਚਾਰ ਕਰਦਾ ਹੈ ਤੇ ਉਹ ਬ੍ਰਾਹਮਣ ਹੈ ਹੀ, ਫਿਰ ਉਹ ਅਸਲੀ ਬ੍ਰਾਹਮਣ ਹੈ। ਤੇ ਜੇ ਕੋਈ ਨੀਵੀਂ ਜਾਤ ਵਿੱਚ ਜਨਮ ਲੈ ਕੇ ਵੀ ਬ੍ਰਹਮ ਦੀ ਵਿਚਾਰ ਕਰਦਾ ਹੈ ਤਾਂ ਵੀ ਉਹ ਬ੍ਰਾਹਮਣ ਹੈ। ਜੇ ਕਿਸੇ ਮਨੁੱਖ ਦੀ ਕਮਾਈ ਇਮਾਨਦਾਰੀ ਦੀ ਹੈ ਤੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੈ, ਪਰਮਾਤਮਾ ਦੀ ਨਜ਼ਰਾਂ ਵਿੱਚ ਉਹ ਪਿਆਰਾ ਲੱਗਦਾ ਹੈ। ਤੇ ਜੇ ਉਹ ਬੇਈਮਾਨੀ ਦੀ ਹੈ, ਭਾਵੇਂ ਕਿਸੇ ਵੀ ਜਾਤ ਵਿੱਚ ਹੋਵੇ, ਤੇ ਉਹ ਪਰਮਾਤਮਾ ਦੀ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੈ। ਕਹਿੰਦੇ ਜਨਮ ਮਰਨ ਦੁੱਖ ਕਾਟੀਐ ਨਾਨਕ ਛੂਟਸ ਨਾਏ। ਇਹ ਨਾਨਕ ਅਸਲ ਗੱਲ ਹੈ ਵੇ ਕਿ ਮਨੁੱਖ ਨੂੰ ਭਾਵੇਂ ਕਿਸੇ ਵੀ ਜਾਤ ਜਨਮ ਦਾ ਹੋਵੇ, ਉਹਨੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਤੇ ਨਾਮ ਦੇ ਵਿੱਚ ਜੁੜ ਕੇ ਹੀ ਨਾਏ, ਨਾਮ ਵਿੱਚ ਜੁੜ ਕੇ ਹੀ ਇਹ ਜੰਜਾਲ ਜਿਹੜੇ ਨੇ, ਇਹ ਮਾਇਆ ਦੇ ਬੰਧਨ ਨੇ, ਇਹ ਤੋਂ ਛੁਟਕਾਰਾ ਮਿਲਦਾ ਹੈ ਅਤੇ ਜਨਮ ਮਰਨ ਦਾ ਦੁੱਖ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ। ਫਿਰ ਅੱਗੇ ਗੁਰੂ ਸਾਹਿਬ ਹੋਰ ਸਮਝਾਉਂਦੇ ਨੇ ਆਗੈ ਜਾਤ ਰੂਪ ਨਾ ਜਾਏ। ਆਗੈ ਮੀਨਸ ਆਉਣ ਵਾਲੇ ਸਮੇਂ ਵਿੱਚ, ਚਾਹੇ ਉਹ ਨੇੜਲਾ ਭਵਿੱਖ ਹੈ ਚਾਹੇ ਦੂਰਲਾ ਭਵਿੱਖ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਦੀ ਹਜ਼ੂਰੀ ਵਿੱਚ, ਪਰਮਾਤਮਾ ਦੀ ਹਾਜ਼ਰੀ ਵਿੱਚ, ਪਰਮਾਤਮਾ ਦੀ ਦ੍ਰਿਸ਼ਟੀ ਵਿੱਚ, ਜਾਂ ਅਸੀਂ ਕਹਿ ਸਕਦੇ ਹਾਂ ਕਿ ਗੁਰਬਾਣੀ ਦੀ ਨਜ਼ਰਾਂ ਵਿੱਚ, ਗੁਰਬਾਣੀ ਦੀ ਕਸਵੱਟੀ ਤੇ ਜਾਤ ਔਰ ਰੂਪ ਦੀ ਕੋਈ ਅਹਿਮੀਅਤ ਨਹੀਂ ਹੈ। ਤੇਹਾ ਹੋਵੇ ਜਿਹੇ ਕਰਮ ਕਮਾਏ। ਜਿਹੋ ਜਿਹੇ ਕਰਮ ਕੀਤੇ ਜਾਣਗੇ ਉਹੋ ਜਿਹਾ ਸਿੱਟਾ ਨਿਕਲੇਗਾ, ਉਹੋ ਜਿਹਾ ਨਤੀਜਾ ਬਾਹਰ ਆਏਗਾ, ਉਹੋ ਜਿਹਾ ਫਲ ਪ੍ਰਾਪਤ ਹੋਏਗਾ। ਤੇ ਅਸਲ ਗੱਲ ਹੈ ਸ਼ਬਦੇ ਉੱਚੋ ਉੱਚਾ ਹੋਏ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਨੁੱਖ ਉੱਚੇ ਤੋਂ ਉੱਚਾ ਹੋ ਜਾਂਦਾ ਹੈ, ਉਸ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਨਾਨਕ ਸਾਚ ਸਮਾਵੈ ਸੋਏ। ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਸੱਚ ਵਿੱਚ ਸਮਾਵੈ ਸਮਾ ਜਾਂਦਾ ਹੈ। ਸੋਏ ਉਹੀ ਮਨੁੱਖ, ਜਿਹੜਾ ਮਨੁੱਖ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਉਹ ਫਿਰ ਸਦਾ ਥਿਰ ਪਰਮਾਤਮਾ ਸੱਚ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਫੱਕੜ ਜਾਤੀ ਫੱਕੜ ਨਾਉ। ਫੱਕੜ ਮੈਨੇ ਹੁੰਦਾ ਵਰਥਲੈਸ, ਬੇਕਾਰ। ਜਿਵੇਂ ਅਸੀਂ ਕੋਈ ਪੌਡ ਲੈ ਲਈਏ, ਜਿੱਦਾਂ ਮਤਲਬ ਕਿ ਅਸੀਂ ਮਟਰ ਦਾ ਜਿਹੜੀ ਫਲੀ ਲੈ ਲਈਏ ਜਾਂ ਮੂੰਗਫਲੀ ਲੈ ਲਈਏ ਜਾਂ ਕੋਈ ਕਰਨਲ ਹੋਰ ਚੀਜ਼ ਲੈ ਲਈਏ ਤੇ ਉਹਦੇ 'ਚ ਦਾਣਾ ਨਾ ਨਿਕਲੇ ਤੇ ਕਹਿੰਦੇ ਫੱਕੜ ਹੈਗਾ, ਫੁੱਸ, ਬੇਕਾਰ। ਮਤਲਬ ਕਿ ਕੋਈ ਰੈਪਰ ਜਿਹਾ ਹੋਵੇ ਤੇ ਵਿੱਚ ਚੀਜ਼ ਨਾ ਹੋਵੇ, ਚਾਕਲੇਟ ਨਾ ਹੋਵੇ, ਰੈਪਰ ਹੀ ਹੋਵੇ ਇਕੱਲਾ, ਤੇ ਅਸੀਂ ਕਹਿੰਦੇ ਫੱਕੜ। ਸੋ ਗੁਰੂ ਸਾਹਿਬ ਕਹਿੰਦੇ ਨੇ ਇਹ ਫੱਕੜ ਜਾਤੀ ਫੱਕੜ ਨਾਉ। ਨਾਉ ਮੈਨੇ ਨਾਮਣਾ। ਕਈ ਬੰਦੇ ਕਹਿੰਦੇ ਮੈਂ ਜ਼ਿਮੀਂਦਾਰ ਹੈਗਾ, ਮੈਂ MLA ਹੈਗਾ, ਮੈਂ CM ਹੈਗਾ, ਮੈਂ DC ਹੈਗਾ, ਮੈਂ ਚੇਅਰਮੈਨ ਹੈਗਾ, ਮੈਂ ਉਹ ਹੈਗਾ, ਮੈਂ ਇਹ ਹੈਗਾ। ਗੁਰੂ ਸਾਹਿਬ ਕਹਿੰਦੇ ਇਹ ਜਾਤੀ ਤੇ ਨਾਮ, ਸਟੇਟਸ ਜਿਹੜੇ ਸਮਾਜ ਵਿੱਚ ਬਣਾਏ ਹੁੰਦੇ ਨੇ, ਕਹਿੰਦੇ ਇਹ ਫੱਕੜ ਨੇ, ਇਹਨਾਂ ਦਾ ਕੋਈ ਮੁੱਲ ਨਹੀਂ। ਗੁਰੂ ਸਾਹਿਬ ਦਾ ਹੁਕਮ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਕਹਿੰਦੇ ਸਭਨਾ ਜੀਆਂ ਇੱਕਾ ਛਾਓ। ਸਾਰੇ ਜੀਵਾਂ ਉੱਤੇ ਇੱਕੋ ਹੀ ਛਤਰ ਹੈ, ਸਾਰੇ ਜੀਵ ਇੱਕੋ ਜੋਤ
ਸਾਰੇ ਜੀਵਾਂ ਵਿੱਚ ਇੱਕੋ ਹੀ ਜੋਤ ਕੰਮ ਕਰ ਰਹੀ ਹੈ, ਅਕਾਲ ਪੁਰਖ ਪਰਮਾਤਮਾ ਦੀ, ਤੇ ਸਾਰੇ ਜੀਵ ਇੱਕੋ ਕਿਸਮ ਦੇ 5 ਤੱਤਾਂ ਦੇ ਬਣੇ ਹੋਏ ਹਨ। ਕਹਿੰਦੇ ਆਪੋ ਜੇ ਕੋ ਭਲਾ ਕਹਾਏ, ਆਪੋ ਜੇ ਕੋ ਭਲਾ ਕਹਾਏ, ਜਿਹੜਾ ਮਨੁੱਖ ਆਪਣੀ ਵਡਿਆਈਆਂ ਆਪ ਹੀ ਕਰੀ ਜਾਵੇ, ਆਪੋ ਜੇ ਕੋ ਭਲਾ ਕਹਾਏ, ਆਪਣੇ ਆਪ ਨੂੰ ਭਲਾ ਆਖੀ ਜਾਵੇ ਕਿ ਅਸੀਂ ਫਲਾਣੇ ਹੁੰਦੇ ਹਾਂ, ਅਸੀਂ ਇਹ ਹੁੰਦੇ ਹਾਂ, ਅਸੀਂ ਇਹ ਹੁੰਦੇ ਹਾਂ, ਸਾਡੀ ਇਹ ਜਾਤ ਹੈਗੀ ਹੈ, ਸਾਡੀ ਉਹ ਜਾਤ ਹੈਗੀ ਹੈ, ਮੈਂ ਇਹ ਹੈਗਾ, ਮੈਂ ਇਹ ਮੰਤਰੀ ਹੈਗਾ, ਮੈਂ ਇਹ ਚੇਅਰਮੈਨ ਹੈਗਾ, ਮੇਰੇ ਮਗਰ ਇੰਨੇ ਲੋਕ ਹੈਗੇ ਨੇ, ਮੇਰੇ ਪਿੱਛੇ ਇੰਨੇ ਲੋਕ ਹੈਗੇ ਨੇ, ਮੇਰੇ ਇੰਨੇ ਹਮਾਇਤੀ ਹੈਗੇ ਨੇ। ਕਹਿੰਦੇ ਇੱਦਾਂ ਜੋ ਮਰਜ਼ੀ ਕਰੀ ਜਾਵੇ, ਜਿਹੜਾ ਮਰਜ਼ੀ ਬੋਲੀ ਜਾਵੇ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨਾਨਕ ਤਾਂ ਪਰ ਜਾਪੈ, ਹੇ ਨਾਨਕ ਤਾਂ ਪਰ ਜਾਪੇ, ਅਸਲੀ ਗੱਲ ਤਾਂ ਪਤਾ ਲੱਗਦੀ ਹੈ, ਅਸਲੀ ਪੁਸ਼ਟੀ ਤਦੋਂ ਹੁੰਦੀ ਹੈ, ਅਸਲੀ ਕਨਫਰਮੇਸ਼ਨ ਵੀ ਬੰਦਾ ਕਿੰਨਾ ਕੁ ਭਲਾ ਹੈ, ਕਿੰਨਾ ਕੁ ਭਲਾ ਨਹੀਂ ਹੈ, ਜਾਂ ਪਤ ਲੇਖੈ ਪਾਏ। ਜਿਹੜੀ ਇੱਜ਼ਤ ਦਾ ਢਿੰਡੋਰਾ ਆਪਣਾ ਪਿੱਟ ਰਿਹਾ, ਉਸ ਜਿਹੜਾ ਉਹ ਇੱਜ਼ਤ ਨੂੰ ਗੁਰਬਾਣੀ ਦੇ ਲੇਖੇ ਵਿੱਚ ਪਾਇਆ ਜਾਵੇ, ਗੁਰਬਾਣੀ ਦੀ ਕਸਵੱਟੀ ਤੇ ਪਰਖਿਆ ਜਾਵੇ, ਜਾਂ ਅਕਾਲ ਪੁਰਖ ਦੇ ਲੇਖੇ ਜੋਖੇ ਵਿੱਚ ਦੇਖਿਆ ਜਾਵੇ। ਜਦੋਂ ਤੱਕ ਉਸ ਦੀ ਇੱਜ਼ਤ ਪਰਮਾਤਮਾ ਦੇ ਲੇਖੇ ਵਿੱਚ ਪਾ ਕੇ ਤੋਲ ਕੇ ਉਹ ਨਹੀਂ ਮੰਨੀ ਜਾਂਦੀ, ਤਦੋਂ ਤੱਕ ਉਸ ਮਨੁੱਖ ਨੂੰ ਇੱਜ਼ਤ ਵਾਲਾ, ਜਾਤੀ ਵਾਲਾ ਜਾਂ ਨਾਮ ਵਾਲਾ ਨਹੀਂ ਆਖਿਆ ਜਾ ਸਕਦਾ। ਅਰਥਾਤ ਆਪਣੇ ਆਪ ਨੂੰ ਭਲਾ ਅਖਵਾ ਲੈਣਾ ਤੇ ਆਪਣੇ ਹਜ਼ਾਰੋਂ ਲੱਖੋਂ ਚਾਪਲੂਸਾਂ ਰਾਹੀਂ ਆਪਣੇ ਆਪ ਨੂੰ ਭਲਾ ਅਖਵਾ ਲੈਣਾ, ਇਹਦੇ ਨਾਲ ਬੰਦਾ ਭਲਾ ਨਹੀਂ ਬਣ ਜਾਂਦਾ, ਜਦੋਂ ਤੱਕ ਉਹਦੀ ਭਲਾਈ ਜਿਹੜੀ ਹੈ ਉਹ ਗੁਰਬਾਣੀ ਦੇ ਅਨੁਸਾਰ ਜਾਂ ਵਾਹਿਗੁਰੂ ਦੀ ਨਜ਼ਰਾਂ ਵਿੱਚ ਪ੍ਰਵਾਨ ਮੰਨ ਲਈ ਜਾਵੇ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਜਾਤੀ ਦੈ ਕਿਆ ਹੱਥ, ਕਹਿੰਦੇ ਜਾਤੀ ਦਾ ਹੱਥ ਕੀ ਹੈ, ਅਰਥਾਤ ਜਾਤੀ ਦੇ ਹੱਥ ਕੁਛ ਵੀ ਨਹੀਂ ਹੈ, ਸੱਚ ਪਰਖੀ ਹੈ, ਪਰਖ ਤੇ ਸੱਚ ਦੀ ਹੋਣੀ ਹੈ ਕਿ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਸਦਾ ਥਿਰ ਪਰਮਾਤਮਾ ਦਾ ਸਿਮਰਨ ਕਿੰਨਾ ਕੀਤਾ ਹੈ, ਗੁਣਾਂ ਦੇ ਨਾਲ ਸਾਂਝ ਕਿੰਨੀ ਪਾਈ ਹੈ, ਉਸਦੇ ਜੀਵਨ ਵਿੱਚ ਸੱਚ ਦੀ ਕਮਾਈ ਕਿੰਨੀ ਕੁ ਹੋਈ ਹੈ, ਇਸ ਗੱਲ ਦੀ ਪਰਖ ਹੋਣੀ ਹੈ। ਜਾਤੀ ਦੇ ਹੱਥ ਵਸ ਕੁਛ ਵੀ ਨਹੀਂ ਹੈ। ਮੋਹਰਾ ਹੋਵੇ ਹੱਥ, ਹੱਥ ਦੇ ਵਿੱਚ, ਥੱਥੇ ਨੂੰ ਸਿਹਾਰੀ ਹੈ, ਮੋਹਰਾ ਮੈਨੇ ਜ਼ਹਿਰ, ਜ਼ਹਿਰ ਮੋਹਰਾ ਹੋਵੇ ਹੱਥ, ਅਰਥਾਤ ਹੱਥ ਵਿੱਚ ਜ਼ਹਿਰ ਹੋਵੇ, ਮਰੀਆ ਚਖੀਐ, ਤੇ ਜੇ ਹੱਥ ਵਿੱਚ ਜ਼ਹਿਰ ਹੈ, ਜੇ ਕੋਈ ਉਹਨੂੰ ਚਖੇਗਾ ਤੇ ਉਹ ਮਰ ਜਾਏਗਾ, ਚਾਹੇ ਉਹ ਹੱਥ ਬ੍ਰਾਹਮਣ ਦਾ ਹੋਵੇ, ਚਾਹੇ ਹੱਥ ਸ਼ੂਦਰ ਦਾ ਹੋਵੇ, ਪਾਕਿਸਤਾਨੀ ਦਾ ਹੋਵੇ, ਹਿੰਦੁਸਤਾਨੀ ਦਾ ਹੋਵੇ, ਅਮਰੀਕਨ ਦਾ ਹੋਵੇ, ਰੂਸੀ ਦਾ ਹੋਵੇ, ਚੀਨੀ ਦਾ ਹੋਵੇ, ਗੋਰੇ ਦਾ ਹੋਵੇ, ਕਾਲੇ ਦਾ ਹੋਵੇ, ਅਮੀਰ ਦਾ ਹੋਵੇ, ਗਰੀਬ ਦਾ ਹੋਵੇ, ਜਿਹਦਾ ਮਰਜ਼ੀ ਹੱਥ ਹੋਵੇ, ਅਗਰ ਉਹਦੇ ਹੱਥ ਵਿੱਚ ਜ਼ਹਿਰ ਹੈ ਤੇ ਜ਼ਹਿਰ ਮੂੰਹ 'ਚ ਪਾਏਗਾ ਤੇ ਉਹ ਮਰੇਗਾ ਹੀ। ਸੋ ਗੁਰੂ ਸਾਹਿਬ ਇਸ ਤਰ੍ਹਾਂ ਹੀ ਕਹਿੰਦੇ ਨੇ, ਜਿਹੜਾ ਸੱਚ ਨਾਲ ਜੁੜੇਗਾ ਉਹ ਜੀਵਨ ਸਫਲ ਕਰ ਜਾਏਗਾ, ਜਿਹੜਾ ਝੂਠ ਨਾਲ ਜੁੜੇਗਾ ਉਹ ਇਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਏਗਾ। ਅਰਥਾਤ ਜਿਹੜੇ ਔਗਣ ਨੇ, ਵਿਕਾਰ ਨੇ, ਉਹ ਆਤਮਿਕ ਜੀਵਨ ਲਈ ਜ਼ਹਿਰ ਦਾ ਕੰਮ ਕਰਦੇ ਨੇ, ਤੇ ਜਿਹੜੇ ਗੁਣ ਨੇ, ਪਰਮਾਤਮਾ ਦਾ ਨਾਮ ਹੈ, ਉਹ ਆਤਮਿਕ ਜੀਵਨ ਲਈ ਕੰਮ ਕਰਦੇ ਨੇ। ਤੇ ਇਸ ਗੱਲ ਵਿੱਚ ਜਾਤ ਪਾਤ ਦੀ ਕੋਈ ਵਿਚਾਰ ਨਹੀਂ ਹੁੰਦੀ। ਜਿਹਨਾਂ ਗੁਰੂ ਸਾਹਿਬ ਕਹਿੰਦੇ ਨੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਸੋ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸੋ ਜਿਹੜਾ ਮਨੁੱਖ ਭਗਤੀ ਕਰਦਾ ਹੈ, ਜਿਹੜਾ ਮਨੁੱਖ ਗੁਣਾਂ ਨਾਲ ਜੁੜਦਾ ਹੈ, ਉਹਦੇ ਕਾਰਜ ਸੰਵਰਦੇ ਨੇ, ਉਹਦਾ ਜਨਮ ਸਫਲ ਹੁੰਦਾ ਹੈ। ਜਾਤ ਪਾਤ ਦਾ, ਕਿਸੇ ਦੇਸ਼ ਦੀ ਨਾਗਰਿਕਤਾ ਦਾ, ਨੈਸ਼ਨੈਲਿਟੀ ਦਾ, ਸੋਸ਼ਲ ਸਟੇਟਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਲਟ, ਉਲਟ ਮੈਨੇ ਉਲਟ ਕੇ, ਟੈਂਕੇ ਨੂੰ ਸਿਹਾਰੀ ਹੈ, ਕਿਧਰੋਂ ਉਲਟ ਕੇ, ਦੁਨੀਆ ਵਾਲੇ ਰਾਹ ਤੋਂ, ਮਨਮੁਖਤਾ ਵਾਲੇ ਰਾਹ ਤੋਂ ਉਲਟ ਕੇ, ਤੇ ਕਿਹੜੇ ਪਾਸੇ ਜੁੜ ਕੇ, ਗੁਰੂ ਦੀ ਮੱਤ ਨਾਲ ਜੁੜ ਕੇ, ਗੁਰੂ ਦਾ ਸ਼ਬਦ ਗ੍ਰਹਿਣ ਕਰਕੇ, ਗੁਰੂ ਦੀ ਸ਼ਬਦ ਦੀ ਵਿਚਾਰ ਕਰਨ ਤੋਂ ਬਾਅਦ ਕੀ ਹੋਇਆ, ਉਲਟ ਮਨ ਪਲਟ ਗਿਆ, ਮਨ ਦੀ ਸੋਚ ਬਦਲ ਗਈ, ਤੇ ਕੀ ਹੋਇਆ, ਜਾਤ ਕੁਲ ਦੋ ਵਿਸਾਰੀ। ਹੁਣ ਮੈਂ ਜਾਤ ਦਾ ਤੇ ਕੁਲ ਖਾਨਦਾਨ ਦੋਨਾਂ ਦੀ ਵਿਚਾਰ ਨੂੰ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਮੇਰੇ ਜ਼ਿਹਨ ਵਿੱਚੋਂ ਜਾਤ ਤੇ ਕੁਲ ਦੀ ਵਿਚਾਰ ਖਤਮ ਹੋ ਗਈ ਹੈ, ਨਾ ਉੱਚੀ ਜਾਤ ਦੀ ਤੇ ਨਾ ਨੀਵੀਂ ਜਾਤ ਦੀ ਕੋਈ ਵਿਚਾਰ ਰਹਿ ਗਈ ਹੈ। ਸੁਨ ਸਹਿਜ ਮੈਂ ਬੁਣਤ ਹਮਾਰੀ, ਬੁਣਤ ਮੈਨੇ ਬੁਣਤੀ, ਲਿਵ ਕਨੈਕਸ਼ਨ, ਕਹਿੰਦੇ ਮੇਰਾ ਕਨੈਕਸ਼ਨ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਗਿਆ ਹੈ, ਤੇ ਉਸ ਅਵਸਥਾ ਦੇ ਵਿੱਚ ਸੁਨ ਹੈਗੀ ਹੈ, ਅਰਥਾਤ ਮਾਇਆ ਦੇ ਫੁਰਨੇ ਨਹੀਂ ਫੁਰਦੇ, ਮਾਇਆ ਦਾ ਲਾਲਚ ਜਾਂ ਮਾਇਆ ਦੀ ਆਉਣ ਦੀ ਖੁਸ਼ੀ, ਉਹ ਵਿਚਾਰ ਖਤਮ ਹੋ ਗਏ ਨੇ, ਸਹਿਜ ਆਤਮਕ ਅਡੋਲਤਾ ਆ ਗਈ ਹੈ ਉਸ ਅਵਸਥਾ ਵਿੱਚ, ਤੇ ਜਾਤ ਔਰ ਕੁਲ ਦੀ ਕੋਈ ਵਿਚਾਰ ਹੁਣ ਰਹਿ ਹੀ ਨਹੀਂ ਗਈ। ਅੱਗੇ ਕਹਿੰਦੇ ਜਾਤ ਵਰਨ ਕੁਲ ਸਹਿਸਾ ਚੂਕਾ, ਗੁਰਮਤਿ ਸ਼ਬਦ ਵਿਚਾਰੀ, ਅਰਥਾਤ ਗੁਰੂ ਦੀ ਮੱਤ ਨੂੰ ਵਿਚਾਰ ਕੇ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ, ਗੁਰੂ ਦੀ ਮੱਤ ਨਾਲ ਸਾਂਝ ਪਾ ਕੇ, ਤੇ ਗੁਰੂ ਦੇ ਸ਼ਬਦ ਦੇ ਵਿਚਾਰਵਾਨ ਬਣ ਕੇ, ਜਾਤ ਵਰਨ ਕੁਲ ਸਹਿਸਾ ਚੂਕਾ, ਹੁਣ ਜਾਤ ਦਾ, ਵਰਨ ਵੰਡ ਦਾ ਤੇ ਕੁਲ ਖਾਨਦਾਨ ਦਾ ਜਿਹੜਾ ਸਹਿਸਾ ਸੀ, ਅਰਥਾਤ ਸ਼ੰਕਾ ਸੀ ਜਾਂ ਤੌਖਲਾ ਸੀ, ਵਿਚਾਰ ਸੀ,
ਉਹ ਸਾਰੇ ਭਰਮ ਜਿਹੜੇ ਸੀ ਉਹ ਚੁੱਕੇ ਗਏ, ਮੇਰੇ ਜੀਵਨ ਵਿੱਚੋਂ ਖਤਮ ਹੋ ਗਏ। ਹੁਣ ਮੇਰੇ ਜੀਵਨ ਵਿੱਚ ਜਾਤ ਦੀ, ਵਰਣ ਦੀ, ਕੁਲ ਦੀ ਕੋਈ ਵਿਚਾਰ ਨਹੀਂ ਰਹਿ ਗਈ ਹੈ। ਸੋ ਸਾਨੂੰ ਵੀ ਪਿਆਰੇ ਸੱਜਣੋ ਮਿੱਤਰੋ, ਬਾਣੀ ਪੜ੍ਹ ਕੇ ਆਪਣੀ ਆਤਮਾ ਨੂੰ ਬਲਵਾਨ ਬਣਾਉਣਾ ਚਾਹੀਦਾ ਹੈ। ਤੇ ਜਿਹੜੀ ਇਹ ਸਦੀਆਂ ਪੁਰਾਣੀ ਜਿਹੜੀ ਸਾਡੇ ਸਮਾਜ ਵਿੱਚ ਇਹ ਕੋੜ ਹੈਗਾ, ਇਹ ਕੈਂਸਰ ਦਾ ਰੋਗ ਹੈਗਾ, ਇਹ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਜਾਤ ਪਾਤ ਦੀ ਵਿਚਾਰ ਨੂੰ ਕਾਇਮ ਰੱਖਿਆ ਸਾਡੀ ਆਤਮਿਕ ਉન્નਤੀ ਕਦੀ ਵੀ ਨਹੀਂ ਹੋ ਸਕਦੀ, ਕਿਉਂਕਿ ਗੁਰੂ ਸਾਹਿਬ ਨੇ ਨਾਨਕ ਉੱਤਮ ਨੀਚ ਨਾ ਕੋਏ। हे ਨਾਨਕ, ਪਰਮਾਤਮਾ ਦੀ ਨਜ਼ਰ ਵਿੱਚ ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ। ਮੂਲ ਰੂਪ ਵਿੱਚ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਸਾਨੂੰ ਬਾਣੀ ਪੜ੍ਹ ਕੇ ਜਾਤ ਪਾਤ ਦੀ ਵਿਚਾਰਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦੀ ਜਾਤ ਪਾਤ ਨੂੰ ਕਰਾਰੀ ਚੋਟ। ਗੁਰੂ ਸਾਹਿਬ ਨੇ ਜਾਤ ਪਾਤ ਨੂੰ ਕਰਾਰੀ ਚੋਟ ਦੇਣ ਲਈ ਇਹ 3 ਸੰਸਥਾਵਾਂ ਕਾਇਮ ਕੀਤੀਆਂ। ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਇਹਨਾਂ ਨੂੰ ਪੱਕੇ ਪੈਰੀਂ ਕਰਨਾ ਚਾਹੀਦਾ ਹੈ। ਸੰਗਤ ਅਰਥਾਤ ਕੋਈ ਵੀ ਮਨੁੱਖ ਗੁਰੂ ਘਰ ਆ ਕੇ ਕਿਤੇ ਵੀ ਜਿੱਥੇ ਥਾਂ ਅਵੇਲੇਬਲ ਹੈ ਬੈਠ ਸਕਦਾ ਹੈ ਤੇ ਗੁਰਬਾਣੀ ਦਾ ਕੀਰਤਨ ਸਰਵਣ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ, ਅਰਦਾਸ ਵਿੱਚ ਸ਼ਾਮਿਲ ਹੋ ਸਕਦਾ ਹੈ, ਕੜਾਹ ਪ੍ਰਸ਼ਾਦ ਕਰਾ ਸਕਦਾ ਹੈ, ਕੜਾਹ ਪ੍ਰਸ਼ਾਦ ਲੈ ਸਕਦਾ ਹੈ। ਤੇ ਕਿਸੇ ਵੀ ਮਨੁੱਖ ਦੇ ਨਾਲ ਧਰਮ ਜਾਤ ਆਧਾਰ ਤੇ ਸੰਗਤ ਵਿੱਚ ਆਏ ਵਾਸਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਪੰਗਤ ਅਰਥਾਤ ਇੱਕੋ ਕਤਾਰ ਵਿੱਚ ਬੈਠ ਕੇ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਰੰਕ ਹੈ, ਉਹੀ ਦਾਲਾ ਪ੍ਰਸ਼ਾਦਾ ਜੋ ਖਾਣਾ ਬਣਾਇਆ ਜਾਂਦਾ ਹੈ, ਸੇਵਾ ਕਰਨ ਲੱਗੇ ਪ੍ਰਸ਼ਾਦਾ ਬਣਾਉਣ ਲੱਗੇ ਵੀ ਕੋਈ ਵੀ ਸੇਵਾ ਕਰ ਸਕਦਾ ਹੈ। ਉਹ ਸ਼ੂਦਰ ਵੀ ਹੋਣ, ਅਖੌਤੀ ਸ਼ੂਦਰ ਵੀ ਹੋ ਸਕਦੇ ਨੇ, ਉੱਚੀ ਜਾਤ ਵਾਲੇ ਵੀ ਹੋ ਸਕਦੇ ਨੇ। ਤੇ ਬੈਠਣ ਲੱਗੇ ਵੀ ਕਿਸੇ ਗੱਲ ਦੀ ਵਿਚਾਰ ਨਹੀਂ ਕਰਨੀ ਮੈਂ ਕਿਹਦੇ ਨਾਲ ਬਹਿਣਾ ਕਿਹਦੇ ਨਾਲ ਨਹੀਂ ਬਹਿਣਾ, ਤਾਂ ਸਾਰੇ ਭਰਾਵਾਂ ਵਾਂਗ ਬੈਠ ਕੇ ਇਕੱਠੇ ਪ੍ਰਸ਼ਾਦਾ ਛਕਦੇ ਨੇ। ਤੀਸਰੀ ਗੱਲ, ਗੁਰੂ ਸਾਹਿਬ ਨੇ ਸਰੋਵਰ ਬਣਾਏ ਤਾਂ ਕਿ ਉਸ ਸਮੇਂ ਵਿੱਚ ਜਦੋਂ ਸ਼ੂਦਰਾਂ ਲਈ ਵੱਖਰੇ ਖੂਹ ਹੁੰਦੇ ਸੀਗੇ ਜਾਂ ਪਾਣੀ ਲੈਣ ਦੀ ਥਾਂ ਵੱਖਰੀ ਹੁੰਦੀ ਸੀ, ਉੱਚੀ ਜਾਤ ਵਾਲਿਆਂ ਵਾਸਤੇ ਵੱਖਰੇ ਹੁੰਦੇ ਸੀਗੇ, ਤੇ ਗੁਰੂ ਸਾਹਿਬ ਨੇ ਬੌਲੀਆਂ ਤੇ ਸਰੋਵਰ ਬਣਾਏ ਤਾਂ ਕਿ ਸਾਰੇ ਜਿਹੜੇ ਵੀ ਗੁਰੂ ਦੇ ਸ਼ਰਧਾਲੂ ਆਉਂਦੇ ਸੀਗੇ ਉਹਨਾਂ ਨੂੰ ਹੁਕਮ ਕੀਤਾ ਜਾਂਦਾ ਸੀ ਵੀ ਤੁਸੀਂ ਇਸ ਸਰੋਵਰ ਵਿੱਚ ਚੁੱਭੀ ਮਾਰੋ, ਤਾਂ ਕਿ ਜਿਹੜੇ ਦਿਮਾਗ ਵਿੱਚ ਊਚ ਨੀਚ ਦੇ, ਸੁੱਚ ਪਿੱਟ ਦੇ, ਛੂਆ ਛਾਤ ਦੇ ਵਿਚਾਰ ਬਣੇ ਹੋਏ ਸੀ, ਸੰਸਕਾਰ ਸੀਗੇ, ਉਹਨਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਤੇ ਇੱਕ ਅਖੀਰ ਵਿੱਚ ਇੱਕ ਰੋਚਕ ਤੱਥ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ। ਇੱਕ ਰੋਚਕ ਤੇ ਪ੍ਰੇਰਨਾਤਮਕ ਤੱਥ ਕੀ ਹੈਗਾ ਕਿ 5 ਪਿਆਰਿਆਂ ਵਿੱਚੋਂ 4 ਅਖੌਤੀ ਸ਼ੂਦਰ ਜਾਤਾਂ ਦੇ ਸਨ। 5 ਪਿਆਰੇ ਜਿਹਨਾਂ ਨੂੰ ਅਸੀਂ ਗੁਰੂ ਰੂਪ ਜਾਣਦੇ ਹਾਂ, ਇੰਨਾ ਸਤਿਕਾਰ ਦਿੰਦੇ ਹਾਂ, ਤੇ ਸਾਨੂੰ ਇਹ ਚੀਜ਼ ਚੇਤੇ ਰੱਖਣੀ ਚਾਹੀਦੀ ਹੈ ਕਿ ਜਿਹੜੇ 5 ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਸੀਗੇ, ਉਹਨਾਂ ਵਿੱਚੋਂ 4 ਜਿਹੜੇ ਸੀਗੇ ਪਿਆਰੇ ਉਹ ਅਖੌਤੀ ਕਹੀ ਜਾਂਦੀਆਂ ਨੀਵੀਆਂ ਜਾਤਾਂ ਵਿੱਚੋਂ ਸਨ। ਸੋ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਪੂਰੀ ਵਾਹ ਲਈ। ਜਿਹੜੇ ਕੁਝ ਜਾਤ ਪਾਤ ਦੇ ਅੰਸ਼ ਅੱਜ ਸਾਡੇ ਸਮਾਜ ਵਿੱਚ ਨਜ਼ਰ ਆਉਂਦੇ ਹਨ ਉਹ ਸਾਡੀ ਆਪਣੀ ਨਲਾਇਕੀ ਕਰਕੇ ਹਨ, ਕਿਉਂਕਿ ਅਸੀਂ ਬਾਣੀ ਪੜ੍ਹਦੇ ਨਹੀਂ ਹੈਗੇ, ਇਤਿਹਾਸ ਨੂੰ ਵਿਚਾਰਦੇ ਨਹੀਂ ਹੈਗੇ। ਸੋ ਸਾਨੂੰ ਸਾਰਿਆਂ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਗੁਰੂ ਸਾਹਿਬ ਤੋਂ ਸੇਧ ਲੈ ਕੇ ਆਪਣੀ ਆਤਮਾ ਨੂੰ ਬਲਵਾਨ ਕਰਕੇ ਇਹ ਵਿਤਕਰੇ ਸਮਾਜ ਵਿੱਚੋਂ ਜਿਹੜੇ ਥੋੜੇ ਬਹੁਤ ਬਚੇ ਵੀ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਸੋ ਐਸੀ ਸੰਖੇਪ ਵਿਚਾਰਾਂ ਜਾਤ ਪਾਤ ਦੇ ਨਾਲ ਸੰਬੰਧਿਤ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।